दोहन जोड़ो। प्यारे विद्यार्थियों, आप मैनू पता ही है कि ਆਪਾਂ ਹੁਣ ਇੰਗਲਿਸ਼ ਦੇ ਵਿੱਚ ਵੀ ਜਿਹੜੇ ਸਾਨੂੰ ਪ੍ਰੋਬਲਮਸ ਆ ਰਹੀਆਂ ਨੇ, ਮੁਸ਼ਕਲ ਆ ਰਹੀਆਂ ਨੇ, ਉਹਨਾਂ ਨੂੰ ਹੱਲ ਕਰਨ ਦਾ ਢੰਗ ਲੱਭਿਆ ਹੈ, ਜਿਸ ਦੇ ਵਿੱਚ ਆਪਾਂ ਟੈਂਸਾਂ ਦੀ ਜਾਣਕਾਰੀ ਹਾਸਲ ਕਰਾਂਗੇ, ਕਿਉਂਕਿ ਟੈਂਸ ਹੀ ਇੱਕ ਅਜਿਹਾ ਜ਼ਰੀਆ ਹੈ ਜਿਸ ਦੇ ਦੁਆਰਾ ਅਸੀਂ ਇੰਗਲਿਸ਼ ਨੂੰ ਬਹੁਤ ਅੱਛੀ ਤਰ੍ਹਾਂ ਬੋਲ ਸਕਦੇ ਹਾਂ ਅਤੇ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ। ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਦੇ ਅਸੀਂ ਭਾਗ ਦੇ ਵਿੱਚ ਪ੍ਰੈਜੈਂਟ ਡੈਫੀਨਿਟ ਟੈਂਸ ਦੀ ਗੱਲ ਕੀਤੀ ਸੀ। ਉਹਦੇ ਤੁਹਾਨੂੰ ਮੈਂ ਰੂਲ ਦੱਸੇ ਸੀ ਔਰ ਰੂਲ ਦੇ ਅਕੋਰਡਿੰਗ ਤੁਹਾਨੂੰ ਕੁਝ ਸੈਂਟੈਂਸ ਬਣਾ ਕੇ ਦੱਸੇ ਸੀ। ਮੈਂ ਉਸ ਦੀ ਪ੍ਰੈਕਟਿਸ ਕਰਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਰਿਪੀਟ ਕਰਵਾ ਦੇਵਾਂ ਕਿ ਪ੍ਰੈਜੈਂਟ ਡੈਫੀਨਿਟ ਟੈਂਸ ਕੀ ਹੁੰਦਾ ਹੈਗਾ। ਪ੍ਰੈਜੈਂਟ ਡੈਫੀਨਿਟ ਟੈਂਸ ਉਹ ਟੈਂਸ ਹੈ ਜਿਨ੍ਹਾਂ ਸੈਂਟੈਂਸਾਂ ਦੇ ਪਿੱਛੇ ਪੰਜਾਬੀ ਦੇ ਵਿੱਚ ਦਾ ਹੈ, ਦੀ ਹੈ, ਦੇ ਹਨ ਔਰ ਹਿੰਦੀ ਦੇ ਵਿੱਚ ਤਾ ਹੈ, ਤੀ ਹੈ ਅਤੇ ਤੇ ਹੈ ਲੱਗਿਆ ਹੁੰਦਾ ਹੈ। ਇਹਨਾਂ ਨੂੰ ਅਸੀਂ ਪ੍ਰੈਜੈਂਟ ਡੈਫੀਨਿਟ ਟੈਂਸ ਦੀ ਕੈਟਾਗਰੀ 'ਚ ਰੱਖਦੇ ਹਾਂ। ਦੂਸਰੀ ਗੱਲ, ਜਦੋਂ ਅਸੀਂ ਇਹਨਾਂ ਨੂੰ ਇੰਗਲਿਸ਼ ਵਿੱਚ ਟਰਾਂਸਲੇਟ ਕਰਦੇ ਹਾਂ ਤਾਂ ਕੁਛ ਰੂਲਸ ਨੇ। ਮੋਟੇ ਤੌਰ 'ਤੇ ਵਰਬ ਦੀ ਫਸਟ ਫਾਰਮ ਜਿਹੜੀ ਹੈਗੀ ਇਹ ਫਸਟ ਪਰਸਨ ਆਈ ਵੀ, ਸੈਕੰਡ ਪਰਸਨ ਯੂ ਅਤੇ ਬਹੁਵਚਨ ਦੇ ਨਾਲ ਲੱਗਦੀ ਹੈ ਅਤੇ ਥਰਡ ਪਰਸਨ ਹੀ, ਸ਼ੀ, ਇਟ, ਐਨੀ ਨੇਮ ਜਦੋਂ ਆ ਜਾਂਦਾ ਹੈ ਉੱਥੇ ਵਰਬ ਦੀ ਪਹਿਲੀ ਫਾਰਮ ਨਾਲ ਐਸ ਜਾਂ ਈ ਐਸ ਦਾ ਪ੍ਰਯੋਗ ਕੀਤਾ ਜਾਂਦਾ ਹੈ। ਦੂਜਾ, ਨੈਗੇਟਿਵ ਸੈਂਟੈਂਸਾਂ ਦੇ ਵਿੱਚ ਫਸਟ ਪਰਸਨ ਆਈ ਵੀ ਅਤੇ ਸੈਕੰਡ ਪਰਸਨ ਯੂ ਅਤੇ ਬਹੁਵਚਨ ਦੇ ਨਾਲ ਡੂ ਨੋਟ ਦਾ ਪ੍ਰਯੋਗ ਅਤੇ ਥਰਡ ਪਰਸਨ ਹੀ, ਸ਼ੀ, ਇਟ, ਐਨੀ ਨੇਮ ਦੇ ਨਾਲ ਡਜ਼ ਨੋਟ ਦਾ ਪ੍ਰਯੋਗ ਅਤੇ ਇਹਨਾਂ ਦੋਨਾਂ ਦੇ ਵਿੱਚ ਵਰਬ ਦੀ ਪਹਿਲੀ ਫਾਰਮ ਦਾ ਪ੍ਰਯੋਗ ਕੀਤਾ ਜਾਂਦਾ ਹੈ। ਤੁਹਾਨੂੰ ਮੈਂ ਕੱਲ੍ਹ ਵੀ ਦੱਸਿਆ ਸੀ ਕਿ ਜਿਹੜਾ ਥਰਡ ਪਰਸਨ ਦੇ ਵਿੱਚ ਆਪਾਂ ਸਿੰਪਲ ਥਰਡ ਪਰਸਨ ਦੇ ਵਿੱਚ ਆਪਾਂ ਵਰਬ ਦੀ ਪਹਿਲੀ ਫਾਰਮ ਨਾਲ ਐਸ ਜਾਂ ਈ ਐਸ ਲਾਉਂਦੇ ਸੀ, ਪਰ ਨੈਗੇਟਿਵ ਸੈਂਟੈਂਸ ਦੇ ਵਿੱਚ ਅਸੀਂ ਉਹ ਐਸ ਜਾਂ ਈ ਐਸ ਜਿਹੜਾ ਉਹ ਕੱਟ ਕੇ ਅਸੀਂ ਡੂ ਦੇ ਨਾਲ ਜੋੜ ਦਿੱਤਾ, ਜਿੱਥੋਂ ਅਸੀਂ ਡਜ਼ ਬਣਾ ਲਿਆ। ਜਿਹੜਾ ਤੀਜਾ ਵਾਕ ਸਾਡਾ ਆਉਂਦਾ ਇੰਟੈਰੋਗੇਟਿਵ ਸੈਂਟੈਂਸ, ਜਿਹਨਾਂ ਨੂੰ ਅਸੀਂ ਪ੍ਰਸ਼ਨਵਾਚਕ ਵਾਕ ਕਹਿ ਦਿੰਦੇ ਹਾਂ। ਇਹਨਾਂ ਵਾਕਾਂ ਦੇ ਵਿੱਚ ਵੀ ਜਿਹੜਾ ਹੈਗਾ ਡੂ ਅਤੇ ਡਜ਼ ਹੈ ਜਿਹੜਾ ਉਹ ਸਬਜੈਕਟ ਤੋਂ ਪਹਿਲਾਂ ਆਉਂਦਾ ਹੈ। ਸਬਜੈਕਟ ਕਿਹੜੇ ਨੇ? ਉਹੀ ਫਸਟ ਪਰਸਨ, ਸੈਕੰਡ ਪਰਸਨ, ਥਰਡ ਪਰਸਨ। ਫਸਟ ਪਰਸਨ ਆਈ ਵੀ ਅਤੇ ਸੈਕੰਡ ਪਰਸਨ ਯੂ, ਬਹੁਵਚਨ ਦੇ ਨਾਲ ਡੂ ਅਤੇ ਹੀ, ਸ਼ੀ, ਇਟ, ਐਨੀ ਨੇਮ ਦੇ ਨਾਲ ਡਜ਼ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅਤੇ ਇੰਟੈਰੋਗੇਟਿਵ ਸੈਂਟੈਂਸਾਂ ਦੇ ਵਿੱਚ ਅਖੀਰ ਦੇ ਵਿੱਚ ਜਿਹੜਾ ਹੈਗਾ ਉਹ ਉੱਥੇ ਸਾਈਨ ਆਫ ਇੰਟੈਰੋਗੇਸ਼ਨ ਦਾ ਚਿੰਨ੍ਹ ਆਉਂਦਾ ਹੈ। ਪਿਆਰੇ ਵਿਦਿਆਰਥੀਓ, ਤੁਹਾਨੂੰ ਕੱਲ੍ਹ ਇਹ ਜਿਹੜਾ ਸੀਗਾ ਪ੍ਰੈਜੈਂਟ ਡੈਫੀਨਿਟ ਟੈਂਸ ਦੀ ਪਛਾਣ, ਉਹਦੇ ਰੂਲ, ਉਹਦੇ ਨਿਯਮ ਬਾਰੇ ਤੁਹਾਨੂੰ ਦੱਸਿਆ ਗਿਆ ਸੀ ਅਤੇ ਕੁਝ ਸੈਂਟੈਂਸ ਬਣਾ ਕੇ ਤੁਹਾਨੂੰ ਜਾਣੂ ਕਰਾਇਆ ਗਿਆ ਸੀ ਕਿ ਪ੍ਰੈਜੈਂਟ ਡੈਫੀਨਿਟ ਟੈਂਸ ਕੀ ਹੈ। ਅੱਜ ਆਪਾਂ ਪ੍ਰੈਜੈਂਟ ਡੈਫੀਨਿਟ ਟੈਂਸ ਨੂੰ ਅੱਗੇ ਤੋਰਦਿਆਂ ਹੋਇਆਂ ਉਹਦਾ ਅੱਜ ਅਭਿਆਸ ਕਰਾਂਗੇ ਕਿ ਅਸੀਂ ਪ੍ਰੈਜੈਂਟ ਡੈਫੀਨਿਟ ਟੈਂਸ ਨੂੰ ਸਿੱਖ ਲਿਆ ਹੈ। ਸਾਨੂੰ ਪ੍ਰੈਜੈਂਟ ਡੈਫੀਨਿਟ ਟੈਂਸ ਦੇ ਵਿੱਚ ਵਾਕ ਬਣਾਉਣੇ ਆ ਗਏ ਹਨ। ਕੁਝ ਵਾਕ ਮੈਂ ਬਲੈਕਬੋਰਡ 'ਤੇ ਲਿਖੇ ਹਨ, ਜਿਨ੍ਹਾਂ ਦੇ ਨਾਲ ਤੁਸੀਂ ਵੀ ਕਾਪੀ ਪੈਨ ਚੱਕਣਾ ਹੈ। ਮੈਂ ਪਹਿਲਾਂ ਤੁਹਾਨੂੰ ਪੰਜਾਬੀ ਵਿੱਚ ਬੋਲਾਂਗਾ, ਤੁਸੀਂ ਉਹਨਾਂ ਨੂੰ ਕਾਪੀ ਪੈਨ ਨਾਲ ਲੈ ਕੇ ਲਿਖ ਲਵੋ ਅਤੇ ਫਿਰ ਆਪਾਂ ਉਹਦੀ ਬਾਅਦ ਦੇ ਵਿੱਚ ਟਰਾਂਸਲੇਸ਼ਨ ਕਰਾਂਗੇ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਪਹਿਲਾ ਵਾਕ ਹੈ ਮੈਂ ਗੀਤ ਗਾਉਂਦਾ ਹਾਂ। ਦੂਸਰਾ ਵਾਕ ਹੈ ਉਹ ਖੇਡਦਾ ਹੈ। ਤੀਸਰਾ ਵਾਕ ਹੈ ਅਸੀਂ ਖਾਣਾ ਖਾਂਦੇ ਹਾਂ। ਚੌਥਾ ਵਾਕ ਹੈ ਮੈਂ ਉਸ ਨੂੰ ਪਿਆਰ ਕਰਦਾ ਹਾਂ। ਪੰਜਵਾਂ ਵਾਕ ਹੈ ਤੁਸੀਂ ਸਕੂਲ ਜਾਂਦੇ ਹੋ। ਛੇਵਾਂ ਵਾਕ ਹੈ ਉਹ ਹਾਕੀ ਖੇਡਦੇ ਹਨ। ਸੱਤਵਾਂ ਵਾਕ ਹੈ ਲੜਕੀਆਂ ਗੀਤ ਗਾਉਂਦੀਆਂ ਹਨ। ਅੱਠਵਾਂ ਵਾਕ ਹੈ ਪੰਛੀ ਆਕਾਸ਼ ਵਿੱਚ ਉੱਡਦੇ ਹਨ। ਨੌਵਾਂ ਵਾਕ ਹੈ ਮਾਲੀ ਪੌਦਿਆਂ ਨੂੰ ਪਾਣੀ ਦਿੰਦਾ ਹੈ। ਸਾਰੇ ਲਿਖ ਰਹੇ ਹੋ ਨਾ? ਸਾਰੇ ਆਪਣਾ ਕਾਪੀ 'ਤੇ ਨੋਟ ਕਰੋ ਤਾਂ ਜੋ ਜਿਹੜੀ ਆਪਾਂ ਨੇ ਪ੍ਰੈਕਟਿਸ ਕਰਨੀ ਹੈ। ਮੈਂ ਇਹਦੀ ਨਾਲ ਟਰਾਂਸਲੇਸ਼ਨ ਕਰਾਂਗਾ ਅਤੇ ਤੁਸੀਂ ਨਾਲ ਆਪਣੇ ਲੈਵਲ ਦੇ ਉੱਤੇ ਟਰਾਂਸਲੇਸ਼ਨ ਕਰਨੀ ਹੈ ਅਤੇ ਫਿਰ ਇਸ ਦੇ ਨਾਲ ਟੈਲੀ ਕਰਨਾ, ਮਿਲਾਉਣਾ ਹੈ ਕਿ ਜਿਹੜਾ ਮੈਂ ਟੈਂਸ ਬਣਾਇਆ, ਜਿਹੜਾ ਇੰਗਲਿਸ਼ ਟਰਾਂਸਲੇਸ਼ਨ ਕੀਤੀ ਹੈ ਉਹ ਠੀਕ ਕੀਤੀ ਹੈ। 10ਵਾਂ ਵਾਕ ਹੈ ਚਪਰਾਸੀ ਘੰਟੀ ਵਜਾਉਂਦਾ ਹੈ। 11ਵਾਂ ਵਾਕ ਹੈ ਉਹ ਝੂਠ ਨਹੀਂ ਬੋਲਦਾ ਹੈ। 12ਵਾਂ ਵਾਕ ਕੀ ਉਹ ਸੱਚ ਬੋਲਦਾ ਹੈ। 13ਵਾਂ ਵਾਕ ਕੀ ਗੀਤਾ ਕਿਤਾਬ ਪੜ੍ਹਦੀ ਹੈ। 14ਵਾਂ ਵਾਕ ਰਾਮ ਗਾਣਾ ਨਹੀਂ ਗਾਉਂਦਾ ਹੈ।
15ਵਾਂ ਵਾਕ ਅਧਿਆਪਕ ਕਿਤਾਬ ਪੜ੍ਹਦਾ ਹੈ। ਸਾਰਿਆਂ ਨੇ ਕਾਪੀ ਤੇ ਨੋਟ ਕਰ ਲਏ? ਸਾਰੇ ਵਿਦਿਆਰਥੀ ਇਸ ਨੂੰ ਕਾਪੀ ਤੇ ਨੋਟ ਕਰੋ ਤੇ ਆਪਾਂ ਇਹਨਾਂ ਦੀ ਹੁਣ ਇੰਗਲਿਸ਼ ਬਣਾਉਣੀ। ਤੁਸੀਂ ਆਪਣੀ ਇੰਗਲਿਸ਼ ਬਣਾਉਣੀ ਸ਼ੁਰੂ ਕਰੋ ਕਾਪੀ ਦੇ ਉੱਤੇ ਤੇ ਬਾਅਦ ਵਿੱਚ ਇਸ ਨਾਲ ਟੈਲੀ ਕਰੋ। ਜਿਵੇਂ ਪਹਿਲਾ ਵਾਕ ਹੈ, ਮੈਂ ਗੀਤ ਗਾਉਂਦਾ ਹਾਂ। ਹੁਣ ਤੁਸੀਂ ਗੱਲ ਦਾ ਧਿਆਨ ਰੱਖਣਾ, ਮੈਂ ਜਿਹੜੀ ਗੱਲ ਤੁਹਾਨੂੰ ਪੰਜਾਬੀ ਵਿੱਚ ਦੱਸੀ ਸੀ ਕਿ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਸਬਜੈਕਟ ਆਉਂਦਾ ਹੈ। ਇਹ ਸਬਜੈਕਟ ਹੈ, ਇਹ ਆਬਜੈਕਟ ਹੈ, ਇਹ ਵਰਬ ਹੈ। ਹੁਣ ਪਰ ਇੰਗਲਿਸ਼ ਦੇ ਵਿੱਚ ਜਦੋਂ ਅਸੀਂ ਇਹਨੂੰ ਟ੍ਰਾਂਸਲੇਸ਼ਨ ਕਰਨੀ ਹੈ, ਸਭ ਤੋਂ ਪਹਿਲਾਂ ਸਬਜੈਕਟ ਆਏਗਾ, ਫਿਰ ਵਰਬ ਆਏਗਾ, ਫਿਰ ਆਬਜੈਕਟ ਆਏਗਾ। S ਫਾਰ ਸਬਜੈਕਟ, V ਫਾਰ ਵਰਬ ਤੇ O ਫਾਰ ਆਬਜੈਕਟ। ਮੈਂ ਗੀਤ ਗਾਉਂਦਾ ਹਾਂ, ਮੈਂ ਸਬਜੈਕਟ ਹਾਂ, I। ਗਾਉਣ ਦੀ ਅੰਗਰੇਜ਼ੀ ਕੀ ਹੁੰਦੀ ਹੈ? ਸਿੰਗ। I sing a song। साइंड ऑफ डेरिवेशन देखो, I sing a song। देखो, मैं गीत गाਉਂਦਾ ਹਾਂ। ਇਹਦੇ ਵਿੱਚ ਕੀ ਆ ਗਿਆ? ਦੇਖੋ, ਮੈਂ ਸਬਜੈਕਟ ਹੈ, ਆ ਜਿਹੜਾ ਤੁਸੀਂ ਆਬਜੈਕਟ ਹੈ ਪਿੱਛੇ ਚਲਾ ਗਿਆ, ਜਦਕਿ ਪੰਜਾਬੀ ਵਿੱਚ ਜਿਹੜਾ ਆਬਜੈਕਟ ਹੈ ਮੂਹਰੇ ਆਇਆ ਪਿਆ। ਸਿਰਫ ਇੱਕੋ ਹੀ ਅਸੀਂ ਦੇਖਣਾ ਹੁੰਦਾ ਕਿ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਹੁੰਦਾ। ਕੋਈ ਲੈਂਗੁਏਜ ਔਖੀ ਨਹੀਂ ਹੁੰਦੀ, ਬੜੀ ਸੌਖੀ ਲੈਂਗੁਏਜ ਹੈਗੀ। ਜੋ ਤੁਸੀਂ ਬਾਰ-ਬਾਰ ਪ੍ਰੈਕਟਿਸ ਕਰੋਗੇ, ਪ੍ਰੈਕਟਿਸ ਕਰਨਾ ਤੁਸੀਂ ਬਹੁਤ ਵਧੀਆ ਸਿੱਖ ਲਓਗੇ। ਦੂਸਰਾ ਵਾਕ ਹੈਗਾ, ਜਿਵੇਂ ਉਹ ਖੇਡਦਾ ਹੈ। ਹੁਣ ਦੇਖੋ, ਸਿੰਪਲ ਇਹਦੇ ਵਿੱਚ ਕੀ ਹੈ? ਉਹ ਖੇਡਦਾ ਹੈ, ਇਹ ਸਬਜੈਕਟ ਹੈ, ਇਹ ਵਰਬ ਹੈ, ਇਹ 'ਚ ਆਬਜੈਕਟ ਨਹੀਂ ਹੈਗਾ। ਹੁਣ ਇਹ ਸਿਰਫ ਸਬਜੈਕਟ ਤੇ ਆਬਜੈਕਟ ਹੈ। ਕੀ ਬਣੇਗਾ? ਉਹ ਖੇਡਦਾ ਹੈ, he plays। ਕਿਉਂਕਿ he ਹੈ ਤਾਂ ਲੱਗਿਆ ਕਿ he ਥਰਡ ਪਰਸਨ ਹੈ, ਇਸ ਕਰਕੇ ਪਲੇਜ਼ ਨਾਲ ਐਸ ਲੱਗ ਗਿਆ। ਹੁਣ ਜੇ ਇੱਥੇ ਮੈਂ ਕਹਿੰਦਾ ਉਹ ਹਾਕੀ ਖੇਡਦਾ ਹੈ, ਫਿਰ ਲਾਂਗੇ ਆਪਾਂ he plays hockey। ਇਸ ਗੱਲ ਦਾ ਵੀ ਧਿਆਨ ਰੱਖਣਾ ਹੈ। ਤੀਜਾ ਵਾਕ ਹੈ, ਅਸੀਂ ਖਾਣਾ ਖਾਂਦੇ ਹਾਂ। ਅਸੀਂ ਵੀ ਆ ਗਿਆ, ਵੀ। ਹੁਣ ਖਾਣ ਦੀ ਅੰਗਰੇਜ਼ੀ ਕੀ ਹੁੰਦੀ ਹੈ? ਈਟ। ਵੀ ਈਟ ਫੂਡ। ਦੇਖੋ, क्योंकि we कौन है? वही फर्स्ट पर्सन है, I we। मैं उसनू प्यार करदा हाँ। ਹੁਣ देखो, मैं सब्जैक्ट आ गया, उसनू ऑब्जेक्ट आ गया, प्यार करदा आ गया है, ਉਹਦਾ वर्ब आ गया। I love you। ਇੱਥੇ ਸੌਰੀ, ਇੱਥੇ ਲਵ ਯੂ ਨਹੀਂ ਆਣਾ, ਆਈ ਲਵ ਹਿਮ ਆਣਾ। ਇੱਥੇ ਆਪਾਂ ਜੇ ਇੱਥੇ ਲਿਖਦੇ ਮੈਂ ਯੂ ਹੈ, ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਫਿਰ ਆਪਣਾ ਇੱਥੇ ਯੂ ਆਣਾ ਸੀ। ਹੁਣ ਇੱਥੇ ਕੀ ਆ ਗਿਆ? ਮੈਂ ਉਸ ਨੂੰ ਪਿਆਰ ਕਰਦਾ ਹਾਂ, ਇਸ ਕਰਕੇ ਇੱਥੇ ਯੂ ਦੀ ਥਾਂ ਤੇ ਹਿਮ ਆ ਗਿਆ। ਜੇ ਇੱਥੇ ਆਂਦਾ ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਫਿਰ ਇੱਥੇ ਯੂ ਦਾ ਆਣਾ ਸੀਗਾ। ਤੁਸੀਂ ਸਕੂਲ ਜਾਂਦੇ ਹੋ, ਯੂ go to school। क्योंकि यू है जरा, ये भी साडा सैकंड पर्सन हैगा। ਉਹ ਹਾਕੀ ਖੇਡਦੇ ਹਨ। ਹੁਣ ਉਹ ਆ ਗਿਆ ਬਹੁਤੇ ਆਗੇ। ਇੱਥੇ ਕੀ ਆ ਗਿਆ? ਦੇ ਪਲੇ ਹਾਕੀ। देखो, ਦੇ प्ले हॉकी, क्योंकि दे की आ गया बहुवचन आ गया। ਆਪਾਂ ਨੇ ਰੂਲ ਦੇ ਵਿੱਚ ਕੀਤਾ ਸੀ ਕਿ ਜਿੱਥੇ ਬਹੁਵਚਨ ਆ ਜਾਵੇ, ਬਹੁਵਚਨ ਦੇ ਨਾਲ ਵਰਬ ਦੀ ਪਹਿਲੀ ਫਾਰਮ ਲੱਗਦੀ ਹੈ। ਲੜਕੀਆਂ ਗੀਤ ਗਾਉਂਦੀਆਂ ਹਨ, ਇੱਥੇ ਵੀ ਜ਼ਿਆਦਾ ਆ ਗਿਆ। ਗਰਲਸ ਸਿੰਗ ਏ ਸੌਂਗ। ਲੜਕੀਆਂ ਸਿੰਗ ਏ ਸੌਂਗ, ਲੜਕੀਆਂ ਗੀਤ ਗਾਉਂਦੀਆਂ ਹਨ। ਹੁਣ ਤੁਸੀਂ ਦੇਖੋ ਅਗਲਾ ਹੈਗਾ, ਇਹਦੇ ਵਿੱਚ ਉਹੀ ਦੇਖਣਾ ਤੁਸੀਂ ਕਿ ਬਹੁਵਚਨ ਆ ਗਿਆ, ਇਸ ਕਰਕੇ ਇਕੱਲਾ ਸਿੰਗ ਰਹਿ ਗਿਆ। ਪੰਛੀ ਆਕਾਸ਼ ਵਿੱਚ ਉੜਦੇ ਹਨ। ਪੰਛੀ ਕੀ ਆ ਗਿਆ? ਦ ਵਰਡਸ। ਹੁਣ ਉੜਦੇ ਫਲਾਈ ਕੀ ਆ ਗਿਆ? ਫਲਾਈ ਇਨ ਦਾ ਸਕਾਈ। द words fly in the sky। ਮਾਲੀ ਪੌਦਿਆਂ ਨੂੰ ਪਾਣੀ ਦਿੰਦਾ ਹੈ। ਜਾਂ ਅਸੀਂ ਹੁਣ ਆ ਗਿਆ ਮਾਲੀ ਪੌਦੇ ਨੂੰ ਪਾਣੀ ਦਿੰਦਾ ਹੈ,
द गार्डनर, पानी देना की है वाटर, द प्लांट्स, द गार्डनर वाटर द प्लांट्स। ਹੁਣ आ गया चपरासी घंटी बजाता है, चपरासी कौन आ गया, थर्ड पर्सन आ गया। द पियन रिंग्स द बैल। बड़े ध्यान नाल देखो, चेक करो कि थोनों ये वर्ब की फॉर्म है जी, जे थोनों इंग्लिश के पंजाबी की इंग्लिश के वर्ब की फॉर्म का पता होएगा तो ही तुसी उसको इंग्लिश ट्रांसलेशन कर सकते हो। बड़ा सौखा ढंग है कि तुसी जो ट्रांसलेशन करनी है कल्ले कल्ले अखर लो उत्ते इंग्लिश लिख लो, जिवें आप चपरासी ते पियन लिख लो, घंटी के उत्ते रिंग लिख लो, बजाउण दा आ गया इत्थे घंटी की बैल आ गई तो बजाउण दे रिंग्स लिख लो। उस तो बाद अकॉर्डिंग टू रूल उन्होंने चैक कर लो कि फिर पहला सबजैक्ट आ गया, द पियन आ गया, बजाउण दा मतलब रिंग हुंदा है ते बैल का मतलब घंटी हुंदा है। वो झूठ नहीं बोलता है। He does not tell a lie. He does not tell a lie. कि वो सच बोलता है। फिर वही आ गया does he speak the truth। पीछे सेंटोटर्गुशन की गीता किताब पढ़ती है, डज गीता रीड बुक, साइन ऑफ इंटरोगेशन। तुसी गल इत्थे मैं तुहानूं होर दसदा, जे कोई नाम आ जाए नाम दे विच जिहड़ा हैगा पहला अखर कैपिटल पाना है, ये भी रूल दे विच आ गया। राम गाना नहीं गाउंदा है, की आ गया राम does not sing a song। राम does not sing a song। अध्यापक किताब पढ़ता है, टीचर रीड बुक, टीचर रीड्स बुक। ये देखो क्योंकि ये असी गल का ध्यान रखना है। सब तो वड्डी गल ये हैगी कि जो असी पंजाबी तो इंग्लिश के ट्रांसलेशन करनी है या इंग्लिश तो पंजाबी में ट्रांसलेशन करनी है तो असी जिहड़े नियम ने उन्होंने ध्यान में रखना है। नियम पंजाबी के जिहड़ा नियम आंदा साडे कोले सबजैक्ट आंदा है, ऑबजैक्ट आंदा है, वर्ब आंदा है, और इंग्लिश के विच आंदा है सबजैक्ट आंदा है, वर्ब आंदा है, ऑबजैक्ट आंदा है। हुण मैं रिपीट करन लग्या, मैं गीत गाउंदा हाँ, आई सिंग ए सॉन्ग, ओहो खेडदा है, ही प्लेस, असी खाना खांदे हाँ, वी ईट फूड, मैं उसनू प्यार करदा हाँ, आई लव हिम, तुसी स्कूल जांदे हो, यू गो टू स्कूल, ओहो हाकी खेडदे हन, दे प्ले हॉकी, लड़कियां गीत गाउंदियां हन, गर्ल्स सिंग ए सॉन्ग, पंछी काश विच उड़दे हन, द बर्ड्स फ्लाई इन द स्काई, जां इत्थे ये भी हैगा है द बर्ड्स फ्लाई इन द स्काई आ गया, इत्थे आम तौर पर कई बार असीं स्काई का भी यूज कर लैंदे हां। फिर आ गया माली पौधों को पानी दिंदा है, द गार्डनर वाटर द प्लांट्स, चपरासी घंटी बजाउंदा है, द पियन रिंग्स द बेल, ओह झूठ नहीं बोलता है, ही डज नॉट टेल ए लाई, कि ओह सच बोलता है, डज ही स्पीक द ट्रुथ, कि गीता किताब पढ़ती है, डज गीता रीड बुक, राम गाना नहीं गाउंदा है, राम डज नॉट सिंग ए सॉन्ग, अध्यापक किताब पढ़ता है, टीचर्स रीड्स बुक।
ਇਸ ਪ੍ਰਕਾਰ ਜਦੋਂ ਤੁਸੀਂ ਵੱਖਰੇ ਵੱਖਰੇ ਹੋਰ ਸੈਂਟੈਂਸ ਪ੍ਰੈਜ਼ੈਂਟ ਡੈਫੀਨਿਟ ਦੇ ਤੁਸੀਂ ਕਾਪੀ ਦੇ ਉੱਤੇ ਨੋਟ ਕਰੋਗੇ ਅਤੇ ਨੋਟ ਕਰਕੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਸ਼ਨ ਕਰਨ ਦੀ ਕੋਸ਼ਿਸ਼ ਕਰੋ। ਜੋ ਤੁਸੀਂ ਬਾਰ-ਬਾਰ ਇਸ ਚੀਜ਼ ਦਾ ਅਭਿਆਸ ਕਰੋਗੇ ਤਾਂ ਤੁਸੀਂ ਇੰਗਲਿਸ਼ ਦੇ ਵਿੱਚ ਜਿਹੜੇ ਨੇ ਸੈਂਟੈਂਸ ਬਣਾਉਣੇ ਸਿੱਖ ਜਾਓਗੇ। ਜੋ ਤੁਹਾਨੂੰ ਸੈਂਟੈਂਸ ਬਣਾਉਣੇ ਆ ਗਏ ਤਾਂ ਤੁਸੀਂ ਹੌਲੀ-ਹੌਲੀ ਇੰਗਲਿਸ਼ ਬੋਲਣੀ ਸਿੱਖ ਜਾਓਗੇ। ਸਭ ਤੋਂ ਵੱਡਾ ਸਾਡਾ ਅਭਿਆਸ ਹੀ ਹੈ। ਜਿੰਨਾ ਅਸੀਂ ਵੱਧ ਤੋਂ ਵੱਧ ਅਸੀਂ ਅਭਿਆਸ ਕਰਾਂਗੇ ਉਨਾ ਹੀ ਅਸੀਂ ਵਧੀਆ ਢੰਗ ਨਾਲ ਸਿੱਖਾਂਗੇ। ਘਰ ਦੇ ਅੰਦਰ ਅਗਰ ਤੁਸੀਂ ਆਪਣੀ ਹਿਚਕਚਾਹਟ ਨੂੰ ਦੂਰ ਕਰਨਾ ਹੈ ਤਾਂ ਤੁਹਾਡੇ ਘਰ ਦੇ ਅੰਦਰ ਸਭ ਤੋਂ ਵਧੀਆ ਜਿਹੜਾ ਤੁਹਾਡਾ ਦੋਸਤ ਹੈ ਉਹ ਤੁਹਾਡਾ ਘਰ ਦਾ ਜਿਹੜਾ ਸ਼ੀਸ਼ਾ ਹੈ, ਜਦੋਂ ਤੁਸੀਂ ਆਪਣਾ ਫੇਸ ਵੇਖਦੇ ਹੋ, ਸਭ ਤੋਂ ਵਧੀਆ ਹੈ ਤੁਸੀਂ ਉਸ ਦੇ ਸਾਹਮਣੇ ਖੜ ਕੇ ਬੋਲੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਬੋਲਣ ਲੱਗਿਆ ਕਿੰਨੀ ਕੁ ਗਲਤੀ ਕਰਦਾ, ਕੀ ਬੋਲਦਾ। ਤੁਸੀਂ ਵੱਧ ਤੋਂ ਵੱਧ ਇਸ ਦੀ ਪ੍ਰੈਕਟਿਸ ਕਰੋ ਤੇ ਹੋਰ ਵੀ ਵਾਕ ਬਣਾਓ। ਵਾਕ ਬਣਾ ਕੇ ਉਹਨਾਂ ਦੀ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਕਰੋ ਅਤੇ ਫਿਰ ਇੰਗਲਿਸ਼ ਤੋਂ ਪੰਜਾਬੀ ਵਿੱਚ ਟ੍ਰਾਂਸਲੇਸ਼ਨ ਕਰੋ ਤੇ ਫਿਰ ਇੱਕ ਦੂਜੇ ਦੇ ਸਾਹਮਣੇ ਬੋਲੋ ਤਾਂ ਜੋ ਜਿਹੜੀ ਤੁਹਾਡੇ ਅੰਦਰ ਜਿਹੜਾ ਮਨ ਦੇ ਅੰਦਰ ਇੰਗਲਿਸ਼ ਨੂੰ ਸਿੱਖਣ ਦਾ ਜਿਹੜਾ ਡਰ ਪਿਆ ਹੋਇਆ ਕਿ ਇੰਗਲਿਸ਼ ਨਹੀਂ ਆ ਸਕਦੀ, ਇੰਗਲਿਸ਼ ਬੜੀ ਸੌਖੀ ਭਾਸ਼ਾ ਹੈਗੀ, ਬੜੇ ਹੀ ਆਸਾਨ ਤਰੀਕੇ ਨਾਲ ਆ ਸਕਦੀ ਹੈ। ਇਹ ਬਿਲਕੁਲ ਹਿੰਮਤ ਨਹੀਂ ਹਾਰਨੀ। ਤੁਸੀਂ ਵੱਧ ਤੋਂ ਵੱਧ ਇਸ ਨੂੰ ਬਾਰ-ਬਾਰ ਇਸ ਦੀ ਪ੍ਰੈਕਟਿਸ ਕਰੋ ਤੇ ਇਸ ਨੂੰ ਅੱਗੇ ਸ਼ੇਅਰ ਵੀ ਕਰੋ, ਸਬਸਕ੍ਰਾਈਬ ਵੀ ਕਰੋ ਤਾਂ